हेलो स्टूडेंट, तो मैं क्लास 11 का केमिस्ट्री का चैप्टर चलता है केमिकल बॉन्डिंग एंड मॉलिक्यूलर स्ट्रक्चर। ਉਹਦੇ ਵਿੱਚ ਅਸੀਂ ਕਰਾਂਗੇ ਮੋਲੀਕੂਲਰ ਆਰਬਿਟਲ ਥਿਊਰੀ ਜਿਹੜੀ ਸਾਡੀ ਪਹਿਲਾਂ ਹੀ ਪਿਛਲੇ ਲੈਕਚਰ ਵਿੱਚ ਚੱਲਦੀ ਪਈ। ਇਹਦੇ ਵਿੱਚ ਕੁਝ ਚੀਜ਼ਾਂ ਪੜ੍ਹਦੇ ਪਏ ਹਾਂ, ਕੁਝ ਇੰਪੋਰਟੈਂਟ ਜਿਹੜੀਆਂ ਇਹਦੀ ਐਕਸਪਲੇਨੇਸ਼ਨ ਹੈ ਮੋਲੀਕੂਲਰ ਆਰਬਿਟਲ ਥਿਊਰੀ ਦੀ। ਇਹਦੀ ਐਕਸਪਲੇਨੇਸ਼ਨ ਹੀ ਪੜ੍ਹਦੇ ਪਏ ਹਾਂ। ਇਹਦੇ ਵਿੱਚ ਕੀ ਹੁੰਦਾ ਵਾ ਦੇਖੋ ਜੀ, ਇਹਦੇ ਵਿੱਚ ਹੋਰ ਚੀਜ਼ ਹੈ। ਫਸਟ ਲਾਈਨ ਲਿਖੀ ਹੈ ਐਟੋਮਿਕ ਆਰਬਿਟਲ ਇਜ਼ ਇਕੁਅਲ ਟੂ molecular orbital means ਜਦੋਂ ਵੀ ਫਾਰ ਐਗਜ਼ਾਮਪਲ ਤੁਸੀਂ ਇਹਦੇ ਵਾਸਤੇ ਕਿਵੇਂ ਮੈਂ CH4 ਦੀ ਐਗਜ਼ਾਮਪਲ ਲਈ ਤੁਸੀਂ ਇਹਦੇ ਵਿੱਚ ਜਦੋਂ ਵੀ ਵਾਟਰ ਦੀ ਐਗਜ਼ਾਮਪਲ ਲੈ ਲਓ। ਹੁਣ ਦੇਖੋ ਜੀ H2 ਆਕਸੀਜਨ, ਇਹਦੇ ਵਿੱਚ ਦੇਖੋ ਜੀ ਹਾਈਡਰੋਜਨ ਦੇ ਕਿੰਨੇ ਐਟਮ ਹੈ? ਆਕਸੀਜਨ ਦਾ ਇੱਕ ਹੈ, ਟੋਟਲ 3 ਹੈ। ਇਹਦਾ ਐਟੋਮਿਕ ਆਰਬਿਟਲ ਕਿੰਨੇ ਹੈ? 3। ਔਰ ਜਦੋਂ ਇਹਦਾ ਮੋਲੀਕੂਲਰ ਆਰਬਿਟਲ ਬਣੂਗਾ ਉਹਦੇ ਵਿੱਚ ਵੀ ਜਿਹੜੇ ਇਹ ਵਾਲੇ ਐਟਮ ਹੈ ਜਿਹੜੇ ਐਟੋਮਿਕ ਆਰਬਿਟਲ ਹੈ ਜਿਹੜੇ ਨਿਊ ਮੋਲੀਕੂਲ ਜਿਹੜੇ ਆ ਜਨਰੇਟ ਹੋ ਜਾਣਗੇ। ਇਹ ਨਿਊ ਆਰਬਿਟਲ ਜਨਰੇਟ ਹੋ ਜਾਣਗੇ, 올ਡ ਆਰਬਿਟਲ ਫਿਊਜ਼ ਹੋ ਜਾਣਗੇ ਔਰ ਨਿਊ ਆਰਬਿਟਲ ਜਨਰੇਟ ਹੋ ਜਾਣਗੇ। ਮੀਨਸ ਐਟੋਮਿਕ ਆਰਬਿਟਲ 3 ਆ ਔਰ ਜਿਹੜੇ ਮੋਲੀਕੂਲਰ ਆਰਬਿਟਲ ਵੀ ਬਣ ਗਏ ਆਫਟਰ ਐਕਸ਼ਨ ਜਿਹੜੇ ਮੋਲੀਕੂਲਰ ਆਰਬਿਟਲ ਬਣ ਗਏ ਉਹ ਵੀ ਕਿੰਨੇ ਹੋਣਗੇ? 3 ਹੀ ਹੋਣਗੇ। ਅਗਰ ਇਹ 3 ਆ ਇਹ ਵੀ 3 ਹੋਣਗੇ। ਮੈਂ ਕਲੀਅਰ ਐਗਜ਼ਾਮਪਲ ਲੈਣਾ, ਮੰਨ ਲਓ ਅਗਰ ਇੱਥੇ ਤੁਹਾਡੇ 6 ਹੈ ਤਾਂ ਫਿਰ ਆਫਟਰ ਐਕਸ਼ਨ ਤੁਹਾਡੇ ਜਿਹੜੇ ਮੋਲੀਕੂਲਰ ਆਰਬਿਟਲ ਬਣ ਗਏ ਉਹ ਵੀ 6 ਹੀ ਹੋਣਗੇ। ਇਹ ਨਹੀਂ ਕਿ ਇੱਥੇ ਅਗਰ ਤੁਹਾਡੇ 5 ਆ ਇੱਥੇ 6 ਹੋ ਜਾਣਗੇ ਜਾਂ ਇੱਥੇ 3 ਆ ਤੇ ਇੱਥੇ 4 ਹੋ ਜਾਣਗੇ। ਇਦਾਂ ਨਹੀਂ। ਮੀਨਸ ਜਿੰਨੇ ਤੁਹਾਡੇ ਐਟੋਮਿਕ ਆਰਬਿਟਲ ਆ ਆਫਟਰ ਐਕਸ਼ਨ ਉਹਨੇ ਹੀ ਮੋਲੀਕੂਲਰ ਆਰਬਿਟਲ ਬਣਨਗੇ। ਆਫਟਰ ਫਿਊਜ਼ਨ ਆਫਟਰ ਐਕਸ਼ਨ ਜਿੰਨੇ ਤੁਹਾਡੇ ਐਟੋਮਿਕ ਆਰਬਿਟਲ 4 ਐਕਸ਼ਨ ਹੀ ਉਹਨੇ ਹੀ ਆਫਟਰ ਐਕਸ਼ਨ ਤੁਹਾਡੇ ਮੋਲੀਕੂਲਰ ਆਰਬਿਟਲ ਬਣਨਗੇ। ਮੀਨ ਐਟੋਮਿਕ ਆਰਬਿਟਲ ਇਜ਼ ਇਕੁਅਲ ਟੂ ਮੋਲੀਕੂਲਰ ਆਰਬਿਟਲ। ਵੈਰੀ ਵੈਰੀ ਇੰਪੋਰਟੈਂਟ ਹੈ ਇਹ। ਉਸ ਤੋਂ ਬਾਅਦ ਜਿਹੜਾ ਮੋਲੀਕੂਲਰ ਆਰਬਿਟਲ ਆ ਦੇ ਆਰ ਕਲਾਸੀਫਾਈਡ ਇਨਟੂ 2 ਕੈਟਾਗਰੀਜ਼। ਇਹਦੇ ਵਿੱਚ 2 ਕੈਟਾਗਰੀਜ਼ ਹੈ। ਜਿਹੜਾ ਮੋਲੀਕੂਲਰ ਆਰਬਿਟਲ ਹੈ ਉਹਨੂੰ ਕਹਿ ਸਕਦੇ ਬੌਂਡਿੰਗ ਆਰਬਿਟਲਸ ਔਰ ਐਂਟੀ ਬੌਂਡਿੰਗ ਆਰਬਿਟਲ। ਮੈਂ ਇੱਥੇ ਇੱਕ ਸ਼ਾਰਟ ਫਾਰਮ ਚ ਲਿਖਦਾ ਵਾ, ਤੁਸੀਂ ਪੂਰਾ ਲਿਖ ਲੈਣਾ ਬੌਂਡਿੰਗ ਆਰਬਿਟਲ ਔਰ ਐਂਟੀ ਬੌਂਡਿੰਗ ਆਰਬਿਟਲ। ਇਹਦੀਆਂ ਕਿਹਦੇ ਪੂਰਾ ਐਕਸ਼ਨ ਕਰਨੀ ਹੈ। ਉਸ ਤੋਂ ਬਾਅਦ ਦੇਖੋ ਜੀ ਇਸ ਤੋਂ ਪਿਛਲੇ ਜਿਹੜੇ ਲੈਕਚਰ ਕੀਤੇ ਆ ਜਿਹੜੇ ਥਿਊਰੀ ਕੀਤੀ ਹੈ ਜਿਵੇਂ ਪਹਿਲਾਂ ਪਾਪਾ ਵੇਲਸ ਬੋਲ ਥਿਊਰੀ ਦੀ ਗੱਲ ਕਰ ਲਈਏ। ਮੈਂ ਤੁਹਾਨੂੰ ਦੱਸਿਆ ਜਿਹੜਾ ਐਟੋਮਿਕ ਆਰਬਿਟਲ ਹੈ ਉਹਨੂੰ ਵੇਵ ਫਾਰਮ ਕੰਸੀਡਰ ਕੀਤਾ ਜਾਂਦਾ। ਮੀਨ ਵੇਵ ਫਾਰਮ ਦੇ ਵਿੱਚ ਕੰਸੀਡਰ ਕੀਤਾ ਜਾਂਦਾ। ਇਹਨੂੰ ਸਮਝਾਉਣ ਵਾਸਤੇ ਸਾਹਮਣੇ ਇੱਕ ਲਾਈਨ ਬਣਾਈ ਹੈ। ਦੇਖੋ ਜੀ ਇਦਾਂ ਕਰਕੇ ਮੈਂ ਗ੍ਰਾਫ ਬਣਾ ਲਿਆ ਵਾ। ਇਹ ਮੇਰੀ ਟੀਵੀ ਲਾਈਨ ਟਾਈਮ ਦੀ ਲਾਈਨ ਕਹਿ ਸਕਦੇ ਹਾਂ। ਇੱਥੇ ਮੇਰਾ ਟਾਈਮ 0 ਹੋਊਗਾ, ਇੱਥੇ ਮੇਰਾ ਟਾਈਮ ਮੰਨ ਲਓ ਕੋਈ ਵੀ ਕਹਿ ਸਕਦੇ ਤੁਸੀਂ TM ਹੋਊਗਾ। ਠੀਕ ਹੈ ਜੀ। ਔਰ ਦੇਖੋ ਜੀ ਇਹਦੇ ਵਿੱਚ ਦੇਖੋ ਜਿਹੜਾ ਕੋਈ ਵੀ ਮੇਰੇ ਕੋਲ ਆਰਬਿਟਲ ਯੂਨੀਫਾਰਮ ਚੱਲ ਜਾਂਦਾ ਵਾ। ਪਹਿਲਾਂ ਇੱਕ ਵਾਰੀ ਸਾਈਨ ਫਿਰ cos ਫਿਰ ਸਾਈਨ। ਠੀਕ ਹੈ ਜੀ। ਮੀਨਸ ਇੱਕ ਵਾਰੀ ਪੋਜ਼ਿਟਿਵ ਇੱਕ ਵਾਰੀ ਨੈਗੇਟਿਵ ਇੱਕ ਵਾਰੀ ਪੋਜ਼ਿਟਿਵ। ਨਹੀਂ ਜਿੱਦਾਂ ਕਰਕੇ ਯੂਨੀਫਾਰਮ ਦੇ ਵਿੱਚ ਚੱਲਦਾ ਪਿਆ। ਔਰ ਵੇਖੋ ਜੀ ਜਦੋਂ ਅਸੀਂ ਵੇਵ ਦੀ ਗੱਲ ਕਰੀਏ ਵੇਵ ਦੇ ਵਿੱਚ ਵੇਵਲੈਂਥ ਵੀ ਹੁੰਦੀ ਹੈ, ਵੇਵ ਦੇ ਵਿੱਚ ਫ੍ਰੀਕੁਐਂਸੀ ਵੀ ਹੁੰਦੀ ਹੈ, ਵੇਵ ਦੇ ਵਿੱਚ ਡਿਸਪਲੇਸਮੈਂਟ ਵੀ ਹੁੰਦੀ ਹੈ, ਵੇਵ ਦੇ ਵਿੱਚ ਫੇਜ਼ ਵੀ ਹੁੰਦਾ। ਔਰ ਜਦੋਂ ਅਸੀਂ ਗੱਲ ਕਰਦੇ ਆਰਬਿਟਲ ਦੀ, ਆਰਬਿਟਲ ਦੇ ਵਿੱਚ ਕੀ ਹੋਊਗਾ ਜੀ? ਇਲੈਕਟ੍ਰੋਨ ਹੋਣਗੇ ਔਰ ਇਲੈਕਟ੍ਰੋਨ ਦੀ ਆਪਸ ਵਿੱਚ ਕੀ ਹੋਊਗੀ? ਬੌਂਡਿੰਗ ਹੋਊਗੀ। ਮੀਨਸ ਜਾਂ ਤੇ ਜਿਹੜੇ ਇਲੈਕਟ੍ਰੋਨ ਹੈ ਉਹਨਾਂ ਦੀ ਆਇਨਿਕ ਬੌਂਡਿੰਗ ਹੁੰਦੀ ਹੈ ਜਾਂ ਫਿਰ ਕੋਵੈਲੈਂਟ ਬੌਂਡਿੰਗ ਹੁੰਦੀ ਹੈ। ਸੋ ਉਹਦੇ ਵਿੱਚ ਦੇਖੋ ਜੀ ਇੰਟਰਫੇਰੈਂਸ ਕਿਹੜੀ ਹੋਊਗੀ? ਜਾਂ ਤੇ ਕੰਸਟਰਕਟਿਵ ਇੰਟਰਫੇਰੈਂਸ ਹੋਊਗੀ ਜਾਂ ਡਿਸਟਰਕਟਿਵ ਇੰਟਰਫੇਰੈਂਸ ਹੋਊਗੀ। ਅਗਰ ਕੰਸਟਰਕਟਿਵ ਇੰਟਰਫੇਰੈਂਸ ਹੁੰਦੀ ਹੈ ਇਹ ਤੁਹਾਡੀ ਬੌਂਡਿੰਗ ਹੋਊਗੀ। ਅਗਰ ਡਿਸਟਰਕਟਿਵ ਇੰਟਰਫੇਰੈਂਸ ਹੁੰਦੀ ਹੈ ਇਹ ਤੁਹਾਡੀ ਐਂਟੀ ਬੌਂਡਿੰਗ ਹੋਊਗੀ। ਕੰਸਟਰਕਟਿਵ ਇੰਟਰਫੇਰੈਂਸ ਦੀ ਤੁਹਾਡੀ ਬੌਂਡਿੰਗ ਬਣ ਕੇ ਹੋਊਗੀ। ਕਹਿ ਸਕਦੇ ਬੌਂਡ ਬਣ ਜਾਣ ਕਰਦੇ ਨਿਊ ਕੰਪਾਊਂਡ ਜਨਰੇਟ ਹੋ ਜਾਣਗੇ, ਨਿਊ ਮੋਲੀਕੂਲ ਜਨਰੇਟ ਹੋ ਜਾਣਗੇ। ਬਟ ਅਗਰ ਕੰਸਟਰਕਟਿਵ ਇੰਟਰਫੇਰੈਂਸ ਹੋਈ ਤਾਂ ਤੁਹਾਡੇ ਜਿਹੜੇ ਕਹਿ ਸਕਦੇ ਮੋਲੀਕੂਲ ਜਨਰੇਟ ਨਹੀਂ ਹੋਣਗੇ। ਉਸ ਤੋਂ ਬਾਅਦ ਦੇਖੋ ਜੀ ਹੋਰ ਚੀਜ਼ ਸਮਝਣ ਵਾਲੀ ਹੈ। ਮੈਂ ਲਿਖਿਆ ਹੈ ਇੱਕ ਸਾਈਡ ਐਟੋਮਿਕ ਆਰਬਿਟਲ ਇੱਕ ਸਾਈਡ ਮੋਲੀਕੂਲਰ ਆਰਬਿਟਲ। ਇਹਦੇ ਵਾਸਤੇ ਤੁਹਾਨੂੰ ਇੱਕ ਚੀਜ਼ ਸਮਝਾਉਣਾ ਚਾਹੁੰਦਾ, ਤੁਸੀਂ ਸਾਰਿਆਂ ਨੇ ਹੋਰ ਸੁਣਿਆ ਹੋਊਗਾ ਐਟਮ। ਹੁਣ ਦੇਖੋ ਜੀ ਐਟਮ ਸਮਝਣ ਵਾਸਤੇ ਤੁਸੀਂ ਕਰਾਂਗੇ ਜਿਵੇਂ ਤੁਹਾਡੀ ਫਾਰ ਐਗਜ਼ਾਮਪਲ ਪਲੇਗਰਾਉਂਡ ਹੈ। ਪਲੇਗਰਾਉਂਡ ਬਹੁਤ ਵੱਡੀ ਹੁੰਦੀ ਹੈ। ਉਸ ਤੋਂ ਬਾਅਦ ਦੇਖੋ ਤੁਸੀਂ ਇੱਕ ਫੁੱਟਬਾਲ ਲੈਣਾ ਵਾ, ਜਿਹੜਾ ਫੁੱਟਬਾਲ ਹੈ ਉਹ ਪਲੇਗਰਾਉਂਡ ਦੇ ਵਿੱਚ ਸੈਂਟਰ ਤੇ ਰੱਖ ਦੇਣਾ। ਤੁਸੀਂ ਮੰਨ ਲੈਣਾ ਇਹ ਜਿਹੜੀ ਪਲੇਗਰਾਉਂਡ ਹੈ ਜਿਹੜੀ ਤੁਹਾਡੀ ਪਲੇਗਰਾਉਂਡ ਹੈ ਆਲੋ ਤੁਹਾਡੀ ਪਲੇਗਰਾਉਂਡ ਨੂੰ ਇਹਨੂੰ ਮੰਨ ਲਿਆ ਮੈਂ ਐਟਮ। ਠੀਕ ਹੈ ਜੀ। ਇਹਦੇ ਵਿੱਚ ਮੈਂ ਬੋਲ ਰੱਖ ਦਿਆ ਕਰਾਂਗੇ। ਬੋਲ ਦਾ ਡਰ ਕੀ ਹੈ ਜੀ? ਨਿਊਕਲੀਅਸ। ਠੀਕ ਹੈ ਜੀ। ਔਰ ਨਿਊਕਲੀਅਸ ਦੇ ਕਿਹੜਾ ਚਾਰਜ ਹੁੰਦਾ ਜੀ? ਪੋਜ਼ਿਟਿਵ। ਔਰ ਜਿਹੜੀ ਇਹ ਪਲੇਗਰਾਉਂਡ ਹੈ ਇਹਦੇ ਵਿੱਚ ਕੋਈ ਨੰਬਰ ਆਫ ਆਰਬਿਟਲ ਹੋਣਗੇ ਇਦਾਂ ਕਰਕੇ। ਔਰ ਆਰਬਿਟਲ ਦੇ ਵਿੱਚ ਪਹਿਲਾਂ ਸ਼ੈਲ ਹੋਣਗੇ, ਸ਼ੈਲ ਤੋਂ ਬਾਅਦ ਸਬ ਸ਼ੈਲ ਹੋਣਗੇ ਔਰ ਸਬ ਸ਼ੈਲ ਦੇ ਵਿੱਚ ਜਿਹੜੇ ਆਰਬਿਟਲ ਹੁੰਦੇ ਆ ਮੈਂ ਤੁਹਾਨੂੰ ਪਹਿਲਾਂ ਫੋਰਮੂਲਾ ਕੁਆਂਟਮ ਨੰਬਰ ਦੇ ਵਿੱਚ ਦੱਸ ਦਿੱਤਾ ਹਾਂ। ਉਹਦੇ ਵਿੱਚ ਇਹ ਚੀਜ਼ਾਂ ਦੱਸੀਆਂ ਕਿ ਪਹਿਲਾਂ ਨਿਊਕਲੀਅਸ ਹੋਊਗਾ, ਨਿਊਕਲੀਅਸ ਦੇ ਆਰ ਸ਼ੈਲ ਹੋਣਗੇ, ਸ਼ੈਲ ਦੇ ਵਿੱਚ ਸਬ ਸ਼ੈਲ ਹੋਣਗੇ ਔਰ ਸਬ ਸ਼ੈਲ ਦੇ ਵਿੱਚ ਆਰਬਿਟਲ ਹੋਣਗੇ ਔਰ ਆਰਬਿਟਲ ਦੇ ਵਿੱਚ ਇਲੈਕਟ੍ਰੋਨ ਹੋਣਗੇ। ਠੀਕ ਹੈ ਜੀ। ਔਰ ਇਹੋ ਜਿਹੀ ਚੀਜ਼ਾਂ ਆਪਾਂ ਸਮਝਾਉਣੀ ਹੈ।
देखो इधर एटॉमिक ऑर्बिटल लिया है, इधर मॉलिक्यूलर ऑर्बिटल लिया है। एटॉमिक ऑर्बिटल में कोई भी हाइड्रोजन की गल कर लो या उस तो बाद हीलियम की गल कर लो, हीलियम की गल कहीं भी गल कर सकते हैं। और ये मॉलिक्यूल दे विच भी जिवें वाटर मॉलिक्यूल ले लो या फिर CH4 ले लो, कोई भी जेड़ा कंपाउंड बनया होता मॉलिक्यूल बने हुए ले सकते हैं। देखो जी अगर इधर हाइड्रोजन की जो मैं मान ला गल कर रहे हैं, इधर जो हाइड्रोजन की गल कर रहे हैं, देखो जी ये एटॉमिक ऑर्बिटल कितना किवें ਸਾਨੂੰ पता लगू कि ये एटॉमिक ऑर्बिटल है। ਇਹਦੇ ਸਿੰਪਲ ਚੀਜ਼ ਹੈ ਜੀ, ਦੇਖੋ ਜੀ ਜਿਹੜਾ ਹਾਈਡਰੋਜਨ ਹੈ, ਹਾਈਡਰੋਜਨ ਦਾ ਮੈਂ ਤੁਸੀਂ ਲੈਟ ਕਰ ਲਓ, ਹਾਈਡਰੋਜਨ ਕਹੇ ਮੈਂ ਤੁਹਾਨੂੰ ਜ਼ਿਆਦਾ ਇਲੈਕਟ੍ਰੋਨ ਬਣ ਗਿਆ, ਆਪਾਂ ਮੰਨ ਕੇ ਚੱਲਦੇ ਕਿ ਹਾਈਡਰੋਜਨ ਜਿਹੜਾ ਵਾ ਇਹ ਵਾਲਾ ਹਾਈਡਰੋਜਨ ਦਾ ਐਟਮ ਹੈ ਔਰ ਐਟਮ ਦੇ ਵਿੱਚ ਜੋ ਹੋਗਾ ਨਿਊਕਲੀਅਸ ਹੋਊਗਾ, ਨਿਊਕਲੀਅਸ ਤੇ ਪੋਜ਼ਿਟਿਵ ਚਾਰਜ ਹੋਊਗਾ ਔਰ ਜਿਹੜਾ ਹਾਈਡਰੋਜਨ ਹੈ ਉਹਦੇ ਨਿਊਕਲੀਅਸ ਦੇ ਆਲੇ ਦੁਆਲੇ ਹੋਣਗੇ ਜੀ ਉਹਦੇ ਸ਼ੈਲ ਹੋਣਗੇ, ਸ਼ੈਲ ਤੋਂ ਬਾਅਦ ਸਬਸ਼ੈਲ ਹੋਣਗੇ, ਸਬਸ਼ੈਲ ਤੋਂ ਬਾਅਦ ऑर्बिट्स ਹੋਣਗੇ ਔਰ ऑर्बिट्स ਦੇ ਵਿੱਚ ਕੀ ਹੋਣਗੇ ਜੀ इलेक्ट्रॉन प्रेजेंट होंगे। ठीक है जी, वेरी वेरी इंपॉर्टेंट थिंग है जी वाली कि ऑर्बिट ਦੇ ਵਿੱਚ इलेक्ट्रॉन होंगे। ਇਹਦਾ ਗੱਲ ਕਰੋ ਕਿ ਮੋਲੀਕੂਲਰ ऑर्बिटल ਦੀ, ਹੁਣ ਜਦੋਂ ਮੋਲੀਕੂਲ ਕਦੋਂ ਬਣਦੇ ਜੀ ਆਫਟਰ ਐਕਸ਼ਨ ਮੋਲੀਕੂਲ ਬਣਦੇ, ਜਿਵੇਂ ਦੇਖੋ ਇਹਦੇ ਵਿੱਚ ਸਾਡੇ ਕੋਲ ਹਾਈਡਰੋਜਨ ਦੇ ਦੋ ਮੋਲੀਕੂਲ ਸੀ ਜਾਂ ਹਾਈਡਰੋਜਨ ਦੇ ਟੂ ਐਲੀਮੈਂਟ ਸੀ ਔਰ ਆਕਸੀਜਨ ਦਾ ਇੱਕ ਐਲੀਮੈਂਟ ਨਹੀਂ, ਦੋ ਹਾਈਡਰੋਜਨ ਤੇ ਆਕਸੀਜਨ ਨੂੰ ਮਿਲਾ ਕੇ ਸਾਡੇ ਕੋਲ ਵਾਟਰ ਬਣ ਗਿਆ। ਇਦਾਂ ਹੀ ਦੇਖੋ ਜੀ CH4 ਦੀ ਗੱਲ ਕਰ ਲਓ, ਇਹਦੇ ਵਿੱਚ ਕਾਰਬਨ ਦਾ एक एलिमेंट है, हाइड्रोजन में 4 एलिमेंट है, इनकी रिएक्शन करके सारे को मीथेन गैस बनी। देखो जी जो मॉलिक्यूलर ऑर्बिटल की गल होती है ਇਹਦੇ ਵਿੱਚ ਦੇਖੋ ਜੀ ਹੁਣ ਤੁਸੀਂ ਲੈਟ ਕਰ ਲਓ, ਮੈਂ ਤੁਹਾਨੂੰ CH4 ਦੀ ਗੱਲ ਕਰ ਰਿਹਾ, ਮੰਨ ਲਓ ਜਿਹੜਾ CH4 ਹੈ ਇਹਦੇ ਵਿੱਚ ਇੱਕ s ऑर्बिटल है, ਉਸ ਤੋਂ ਬਾਅਦ s ऑर्बिटल ਤੋਂ ਬਾਅਦ ਇੱਕ px ऑर्बिटल है, एक py ऑर्बिटल है, एक pz ऑर्बिटल है। देखो जी मैं कितना ਇਹ ਜਦੋਂ ਇਹਦੀ ਰਿਐਕਸ਼ਨ ਕੀਤੀ, ਜਦੋਂ ਦਾ ਮੋਲੀਕੂਲ ਕ੍ਰੀਏਟ ਕੀਤਾ आफ्टर एक्शन जो सारे को बुला के मैं इनकी रिएक्शन की सारे की रिएक्शन करने के बाद की हो गई, देखो s आ गया, s की स्फेरिकल शेप होती है, px आ गया, मैं px बना लिया, उस तो बाद py जेड़ा वा py को मैं सॉरी py में नहीं लिया, उस तो बाद pz की गल कर लो, ये वाला मैं pz ले लिया, जिन्हें इंटरन्यूक्लियस एक्सिस भी बोलते हैं। सारे को मिला के कीता जी मैं इधर कंबाइन करता और सारे दे देखो जेडे न्यूक्लियस है इको जगह पे है, मीन s का न्यूक्लियस किथे आ गया, px का किथे आ गया, pz का न्यूक्लियस किथे आ गया, मतलब ਹੁੰਦਾ ਨਿਊਕਲੀਅਸ ਦੇ ਹਮੇਸ਼ਾ ਪੋਜ਼ਿਟਿਵ ਚਾਰਜ ਹੀ ਹੁੰਦਾ ਵਾ। ਉਸ ਤੋਂ ਬਾਅਦ ਦੇਖੋ ਜਿਹੜਾ ਮੋਲੀਕੂਲਰ ऑर्बिटल ਹੈ ਉਹਦੇ ਇਲੈਕਟ੍ਰੋਨ ਕਿੱਥੇ ਪ੍ਰੈਜ਼ੈਂਟ ਹੁੰਦੇ ਆ, ਉਹਦੇ ਇਲੈਕਟ੍ਰੋਨ ਦੇਖੋ ਜੀ ਇਹ ਵਾਲੇ ਜਿਹੜੇ ਫਲੈਪ ਹੁੰਦੇ ਆ ਇਹ ਵਾਲੇ ਇੱਥੇ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ ਜੀ, ਇਹਨੂੰ ਬੋਲ ਦਿੰਦੇ ਆ ਮੋਲੀਕੂਲਰ ऑर्बिटल। ਇਸ ਕਰਕੇ ਲਿਖਿਆ ਵਾ ਮੋਲੀਕੂਲਰ ऑर्बिट्स, ਜਿਹੜੇ ਮੋਲੀਕੂਲ ਦੇ ऑर्बिट ਆ ਉਹਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦੇ ਆ। ਹੁਣ ਦੇਖੋ ਮੋਲੀਕੂਲ ਦੇ ऑर्बिटल ਕਿਹੜੇ ਆ, x ਦੀ ਗੱਲ ਕਰੀਏ x ਦੇ ਮੋਲੀਕੂਲ ऑर्बिट ਆ, अगर pz की गल करिए ਉਹਦੇ ਮੋਲੀਕੂਲਰ ऑर्बिटल ਆ, उस तो बाद देखो जो s है, s का मॉलिक्यूलर ऑर्बिटल ये वाला हो गया। सेंटर पे जो न्यूक्लियस है, ये न्यूक्लियस है कि इसके पॉजिटिव चार्ज है, इलेक्ट्रॉन कितने होंगे ਉਹਦੇ ऑर्बिट्स ਦੇ ਵਿੱਚ, मीन मॉलिक्यूलर ऑर्बिट्स ਦੇ ਵਿੱਚ, मीन ਜਿੱਥੇ ਪ੍ਰੈਜ਼ੈਂਟ ਹੋਣਗੇ ਇੱਥੇ ਹੋਣਗੇ, ਇੱਥੇ ਹੋਣਗੇ, ਇੱਥੇ ਹੋਣਗੇ, मीन ਜਿਹੜੇ मॉलिक्यूलर ऑर्बिट ਦੇ ਵਿੱਚ ਜਿਹੜੇ ਇਲੈਕਟ੍ਰੋਨ ਕਿੱਥੇ ਪ੍ਰੈਜ਼ੈਂਟ ਹੋਣਗੇ मॉलिक्यूलर ऑर्बिट्स ਦੇ ਵਿੱਚ, मीन ਇਸ ਜਗ੍ਹਾ ਦੇ ਉੱਤੇ, ਇਸ ਜਗ੍ਹਾ ਦੇ ਉੱਤੇ, ਇਸ ਜਗ੍ਹਾ ਦੇ ਉੱਤੇ ਜਿਹੜੀਆਂ ਰਾਉਂਡ ਜਿਹੀਆਂ ਬਣੀਆਂ ਨੇ ਇਹਨਾਂ ਦੇ ਉੱਤੇ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਜੀ ਇਹਦੇ ਵਿੱਚ ਨੈਕਸਟ ਟੌਪਿਕ ਆ ਗਿਆ ਲੀਨੀਅਰ ਕੰਪੀਟੀਸ਼ਨ ਆਫ एटॉमिक ऑर्बिटल्स। ਇਹਦੇ ਵਿੱਚ ਦੇਖੋ ਜੀ ਮੈਂ ਹੁਣੇ ਗੱਲ ਕੀਤੀ ਜਿਹੜਾ एटॉमिक ऑर्बिटल्स ਹੈ ਉਹਨੂੰ ਹੀ ਵੇਵ ਫੰਕਸ਼ਨ ਕੰਸੀਡਰ ਕਰਦੇ ਹਾਂ ਔਰ ਵੇਵ ਫੰਕਸ਼ਨ ਨੂੰ ਕੰਸੀਡਰ ਕਰਨ ਵਾਸਤੇ ਕੀ ਕੀਤਾ ਜੀ ਮੈਂ ਟੂ ਜਿਹੜੇ एटॉमिक ऑर्बिटल ਲੈਟ ਕਰਦੇ ਆ, ਇੱਕ ਮੈਂ एटॉमिक ऑर्बिटल A ले लिया था, एक मैं एटॉमिक ऑर्बिटल B ले लिया और ਤਾਂ ਹੁੰਦਾ ਹੈ एटॉमिक ऑर्बिटल ਨੂੰ ਹੀ ਵੇਵ ਫੰਕਸ਼ਨ ਕੰਸੀਡਰ ਕਰਦੇ ਆ। ਇਸ ਕਰਕੇ ਮੈਂ ਲਿਆ ਜੀ ਗ੍ਰੀਕ ਵਰਡ ਜਾਈ ਲੈ ਲਿਆ, ਜਿਹੜਾ ਜਾਈ ਆ ਇਹ ਗ੍ਰੀਕ ਵਰਡ ਹੈ ਔਰ ਇਹ ਇਹਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਹੁੰਦਾ ਵੇਵ ਫੰਕਸ਼ਨ। प्लीज नोट कर लेना वेयर जाई इज इक्वल टू वेव फंक्शन। और जाई ਹੁੰਦਾ ਕੀ ਹੈ ਜੀ, ਜਾਈ ਇੱਕ ਗ੍ਰੀਕ ਵਰਡ ਹੈ, ਯੂਨਾਨੀ ਭਾਸ਼ਾ ਦਾ ਵਰਡ ਹੈ ਔਰ ਹਮੇਸ਼ਾ ਇਹ ਜਿਹੜਾ ਗ੍ਰੀਕ ਵਰਡ ਜਾਈ ਆ ਉਹ ਵੇਵ ਫੰਕਸ਼ਨ ਐਜ਼ ਅ ਕੰਸੈਪਟ ਬਲਕਿ ਵੇਵ ਫੰਕਸ਼ਨ ਨੂੰ ਹੀ ਗ੍ਰੀਕ ਵਰਡ ਜਾਈ ਦੇ ਨਾਲ ਕੰਸੀਡਰ ਕਰਦੇ ਆ। ਔਰ ਇਹਦੇ ਵਿੱਚ ਦੋ ਐਟॉमिक ऑर्बिटल ਹੈ, ਟੂ ਐਟॉमिक ऑर्बिटल ਹੈ, एटॉमिक ऑर्बिटल A और एटॉमिक ऑर्बिटल B। ਉਸ ਤੋਂ ਬਾਅਦ ਦੇਖੋ ਜੀ ਇਹਨਾਂ ਦੇ ਵਿੱਚ ਮੈਂ ਲੀਨੀਅਰ ਕੰਬੀਨੇਸ਼ਨ ਕਰਨਾ, ਮੀਨ ਦੋਨਾਂ ਨੂੰ ਜੋੜਨਾ, ਕੰਬੀਨੇਸ਼ਨ ਨੂੰ ਜੋੜਨਾ और लीनियर भी नहीं होता, सीधा कॉम्बिनेशन करना। और जेड़ा सीधा सीधा कॉम्बिनेशन है या लीनियर कॉम्बिनेशन तो कितना होगा, देखो मैं लिया लीनियर कॉम्बिनेशन ऑफ सॉरी ये तो मैं लिया ये तो मैं लिया लीनियर कॉम्बिनेशन ऑफ मॉलिक्यूलर ऑर्बिटल। और देखो जी ये जेड़ा मॉलिक्यूलर ऑर्बिटल है उन्हां दा मैं लीनियर कॉम्बिनेशन करना कितना करूंगा। देखो जी इहनू कढण वास्ते की कीता जी मैं जेड़ा मेरा जाई A है और जेड़ा जाई B है दोनों में की कीता जेड़ा देखो दोनों एटॉमिक ऑर्बिटल है जेड़े वेव फॉर्म दे विच है, एक मैं
देखो केड़ा जी एटॉमिक ऑर्बिटल जाइए और दूसरा मतलब एटॉमिक ऑर्बिटल केड़ा जाइए। देखो जी इन्हां दोनों ਨੂੰ मैं की कर कीता जी दोनों प्लस कीता इन्हां ਨੂੰ कीता जेड़ा वा जाई ए और जाई बी जाई ए एटॉमिक ऑर्बिटल और जाई बी एटॉमिक ऑर्बिटल एक बार इन्हां ਨੂੰ मैं प्लस कीता हो और एक बार इन्हां ਨੂੰ मैं माइनस कीता ठीक है जी। और इदा मैं क्यों कीता हो तो अगे जाके पता लग जाएगा। देखो जी मेरे को दो एटॉमिक ऑर्बिटल ही उन्हां ਨੂੰ मैं कीता वा ਉਹਨਾਂ ਦਾ ਮੈਂ ਕੰਬੀਨੇਸ਼ਨ ਕੀਤਾ ਜਿਹੜਾ ਕੰਬੀਨੇਸ਼ਨ ਕੀਤਾ ਲੀਨੀਅਰ ਕੰਬੀਨੇਸ਼ਨ ਉਹਨੂੰ ਮੈਂ ਇਦਾਂ ਲਿਖਿਆ ਜਾਈ ਮੋਲੀਕੂਲਰ ਆਰਬਿਟਲ। ਔਰ ਦੇਖੋ ਜੀ ਇਹਦੇ ਵਿੱਚ ਕੀ ਹੋਊਗਾ ਜਦੋਂ ਮੈਂ ਇਹ ਵਾਲਾ ਜਿਹੜਾ ਟੋਟਲ ਕੱਢਣਾ ਹੋਇਆ ਤਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਵਿੱਚ ਮੋਲੀਕੂਲਰ ਆਰਬਿਟਲ ਬਣਾਉਣਾ ਵਾ ਉਹਦੇ ਵਾਸਤੇ ਕੀ ਕੀਤਾ ਜੀ ਮੇਰਾ ਜਾਈ ਏ ਮੋਲੀਕੂਲਰ ਆਰਬਿਟਲ ਔਰ ਸੌਰੀ ਜਾਈ ਏ ਐਟॉमिक ऑर्बिटल और जाई बी मॉलिक्यूल जाई बी एटॉमिक ऑर्बिटल। एक बार भाई मैं पूछी थी इसमें को थोड़ी सी गलती हो गई है एक मिनट मैं फिर रिपीट कर देता हूं। देखो जी जेड़ा लीनियर कॉम्बिनेशन ऑफ एटॉमिक ऑर्बिटल है इसमें टू एटॉमिक ऑर्बिटल है एक है जाई ए एटॉमिक ऑर्बिटल दूसरा जाई बी एटॉमिक ऑर्बिटल और दोनों तो पता है वेव फंक्शन की फॉर्म में जेडे ऑर्बिटल है वेव एज ए वेव फंक्शन लेके जाते हैं एज ए वेव फॉर्म कंसीडर करते हैं। और देखो जी जेडे दोनों एटॉमिक ऑर्बिटल है इन्हां ਨੂੰ मिला के मैं की बनाना मॉलिक्यूलर ऑर्बिटल बनाना। सो मैं की कीता जी मैं ये मॉलिक्यूलर ऑर्बिटल बनाने वास्ते मैं मॉलिक्यूलर ऑर्बिटल बनाने वास्ते कीता जी जेडे मेरे को एटॉमिक ऑर्बिटल ए और जेड़ा एटॉमिक ऑर्बिटल बी है इन्हां दोनों एक बारी मैं प्लस करता हूं और इन्हां दोनों में एक बारी मैं माइनस करता हूं। उस बाद देखो जी जेड़ा साडा बॉन्डिंग ऑर्बिटल है जेड़ा बॉन्डिंग ऑर्बिटल से की है जी बॉन्डिंग ऑर्बिटल में कहते हैं डॉट करते हैं देखो दोनों को प्लस करते हैं दोनों की बॉन्डिंग होती है बॉन्डिंग को कहते हैं कंसीडर करते हैं सिग्मा के नाम। सो अही पहला गल की है बॉन्डिंग ऑर्बिटल और जेड़ा बॉन्डिंग ऑर्बिटल है उन्होंने लिखा सिग्मा एमओ एमओ मीन मॉलिक्यूलर ऑर्बिटल। तो देखो जी इन्हां बॉन्डिंग ऑर्बिटल कितना बनेंगे जाई ए और जाई बी मीन जेड़ा साडा एटॉमिक ऑर्बिटल जाई ए है और एटॉमिक ऑर्बिटल जाई बी है दोनों में प्लस कीता और जब दोनों को प्लस करूंगा इन्हां दी बॉन्डिंग हो जूगी मीन बॉन्डिंग ऑर्बिटल बन जूगा और जब इन्हां दी बॉन्डिंग हो जूगी इन्हां दी जेड़ी एनर्जी है मिनिमम होगी ਇਹਦੀ એનર્ਜੀ ਜਿਹੜੀ ਆ ਮਿਨੀਮਮ ਹੋਊਗੀ ਕਿਉਂ ਮਿਨੀਮਮ ਹੁੰਦੀ ਹੈ ਡਿਊ ਟੂ ਕਰੈਕਸ਼ਨ ਆਫ ਨਿਊਕਲੀਅਸ ਐਂਡ ਇਲੈਕਟ੍ਰੋਨ ਜਿਹੜੇ ਇਲੈਕਟ੍ਰੋਨ ਔਰ ਨਿਊਕਲੀਅਸ ਆ ਉਹ ਆਪਸ ਵਿੱਚ ਅਟਰੈਕਟ ਕਰਦੇ ਆ ਔਰ ਅਟਰੈਕਟ ਕਰਨ ਨਾਲ ਜਿਹੜੀ એનર્ਜੀ ਹੈ ਮਿਨੀਮਮ ਹੋਈ ਘੱਟ ਹੋ ਜਾਂਦੀ ਹੈ। ਉਸ ਤੋਂ ਬਾਅਦ ਸੈਕੰਡ ਵੇਵ ਹੋਈ ਐਂਟੀ ਬੌਂਡਿੰਗ ਆਰਬਿਟਲ ਜਿਹੜੇ ਐਂਟੀ ਬੌਂਡਿੰਗ ਆਰਬਿਟਲ ਹੈ ਇਹਦੇ ਵਿੱਚ ਦੇਖੋ ਜੀ ਇਹਨੂੰ ਡੋਟ ਵਾਲਾ ਕਹਿੰਦਾ ਕਰਦਾ ਉਹਨੂੰ ਡੋਟ ਕਰਦਾ ਸਿਗਮਾ ਸਟਾਰ ਮੋਲੀਕੂਲਰ ਆਰਬਿਟਲ। ਇਹਦੇ ਵਿੱਚ ਕੀ ਹੈ ਜੀ ਇੱਕ ਵਾਰੀ ਮੈਂ ਪਲੱਸ ਕੀਤਾ ਇੱਕ ਵਾਰੀ ਮਾਈਨਸ ਕੀਤਾ ਸੀ ਹੁਣ ਇਹਦੇ ਦੇਖੋ ਜੀ जेड़ा एटॉमिक ऑर्बिटल ए और एटॉमिक ऑर्बिटल बी इन्होंने मैं माइनस करता ਜਦੋਂ मैं माइनस करूंगा ਇਹਨਾਂ ਦੇ ਵਿੱਚ ਜਿਹੜੀ એનર્ਜੀ ਹੈ ਮੈਕਸਿਮਮ ਹੋਗੀ એનર્ਜੀ ਮੈਕਸਿਮਮ ਡਿਊ ਟੂ ਰਿਪਲਸ਼ਨ ਆਫ ਨਿਊਕਲੀਅਸ। ਹੁਣ ਦੇਖੋ ਜੀ ਇਹਦੇ ਵਿੱਚ ਕੀ ਹੈ ਜਿਹੜੇ ਨਿਊਕਲੀਅਸ ਆ ਉਹ ਕੀ ਕਰਦੇ ਪਏ ਪਹਿਲਾਂ ਕਰਦੇ ਪਏ ਇਹਦਾ ਨਿਊਕਲੀਅਸ एटॉमिक ऑर्बिटल ए और एटॉमिक ऑर्बिटल बी ਦਾ ਜਿਹੜਾ ਨਿਊਕਲੀਅਸ ਕੀ ਕਰਦੇ ਪਏ ਪਹਿਲਾਂ ਕਰਦੇ ਪਏ ਕਿਉਂਕਿ ਉਹਦੇ ਵਿੱਚ ਲੋਡ ਆ ਜਾਂਦੀ ਹੈ ਲੋਡ ਵੀ ਇਦਾਂ ਕਰਕੇ ਸਪਰੈਸ਼ਨ ਬੋਲ ਆ ਜਾਂਦੀ ਹੈ और स्पेशल बोल है ਉਹਦੇ ਲਾਗੇ ਇਲੈਕਟ੍ਰੋਨ ਡੈਂਸਿਟੀ ਬਿਲਕੁਲ ਪੂਰ ਹੁੰਦੀ ਹੈ ਉਹਦੇ ਲਾਗੇ ਇਲੈਕਟ੍ਰੋਨ कैसा है इलेक्ट्रॉन ਦੇ ਨੇੜੇ ਨਹੀਂ ਜਾ ਸਕਦਾ ਇਹਨਾਂ ਦਾ ਪਰਸਨ ਹੁੰਦੀ ਹੈ ਠੀਕ ਹੈ ਜੀ। ਸੋ ਉਹਦੇ ਲਾਗੇ ਕੀ ਹੁੰਦੇ ਆ ਪੋਜ਼ਿਟਿਵ ਚਾਰਜ ਹੁੰਦੇ ਆ ਕਿਹਦੇ ਪੋਜ਼ਿਟਿਵ ਚਾਰਜ ਹੁੰਦੇ ਦੋਨੋਂ ਨਿਊਕਲੀਅਸ ਦੇ ए ऑर्बिटल और बी ऑर्बिटल दोनों का न्यूक्लियस बिल्कुल नेड़े होते हैं और पॉजिटिव पहले करते हैं और पहले करना की ਹੁੰਦਾ ਜੀ ਉਹਦੇ ਨੇੜੇ ਜਿਹੜੀ એનર્ਜੀ ਆ ਮੈਕਸਿਮਮ ਹੋ ਜਾਂਦੀ ਹੈ ਡਿਊ ਟੂ ਪਲਸ਼ਨ ਉਹਦੀ એનર્ਜੀ ਜਿਹੜੀ ਮੈਕਸਿਮਮ ਹੋ ਜਾਂਦੀ ਹੈ। ਇਹਨੂੰ ਸਮਝਾਉਣ ਵਾਸਤੇ ਇੱਕ ਥੋੜੀ ਜਿਹੀ ਗੱਲ ਕਰਕੇ ਡਾਇਗਰਾਮ ਬਣਾਉਣਾ ਔਰ ਡਾਇਗਰਾਮ ਨਾਲ ਤਾਂ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ। ਸੋ ਆਪਾਂ ਡਾਇਗਰਾਮ ਬਣਾ ਕੇ ਵੇਖ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਇਹ ਡਾਇਗਰਾਮ ਨਾਲ ਬਿਲਕੁਲ ਸਾਰਾ ਕਲੀਅਰ ਹੋ ਜਾਊਗਾ। तो ਜਿਹੜੀ ਇਹ ਡਾਇਗਰਾਮ ਹੈ ਉਹ ਵੈਰੀ ਇੰਪੋਰਟੈਂਟ ਹੈ ਤੁਹਾਡੇ ਵਾਸਤੇ। ਸੋ ਵੇਖੋ ਜੀ ਇਹ એનર્ਜੀ ਹੈ ਇਹਨੂੰ ਸਮਝਣ ਵਾਸਤੇ ਜਿਹੜੇ ਸਾਡੇ ਦੋਨੋਂ ਆਰਬਿਟਲ ਆ ਉਹਦੀ એનર્ਜੀ ਨੂੰ ਸਮਝਣ ਵਾਸਤੇ ਅਸੀਂ ਇੱਥੇ ਇੱਕ ਡਾਇਗਰਾਮ ਕ੍ਰੀਏਟ ਕਰਾਂਗੇ ਇਹਨਾਂ ਦੋਨੋਂ ਆਰਬਿਟਲ ਦੀ। ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਲੈਟ ਕਰ ਲੈਂਦੇ ਹਾਂ ਅਸੀਂ ਲੈਟ ਕਰ ਲਿਆ ਕਿ ਸਾਡੇ ਕੋਲ ਦੋ ਹਾਈਡਰੋਜਨ ਐਟਮ ਇੱਕ ਹਾਈਡਰੋਜਨ ਇਹ ਹੈ ਔਰ ਇਹਦੇ ਵਿੱਚ ਦੂਜਾ ਹਾਈਡਰੋਜਨ ਜਿਹੜਾ ਪਲੱਸ ਕਰਨਾ ਮੰਨ ਲਓ ਇਹ ਤੁਹਾਡਾ ये जाई ए है ये जाई बी ठीक है जी। ये एटॉमिक ऑर्बिटल एक है ये एटॉमिक ऑर्बिटल दो ਇਹਦੇ ਵਿੱਚ ਇਹ ਦੇਖੋ ਜੀ ਇਹਨਾਂ ਦੋਨਾਂ ਦੀ ਕੀ ਕਰਨੀ ਪਹਿਲਾਂ ਬੌਂਡਿੰਗ ਆਰਬਿਟਲ ਬਣਾਉਣਾ ਔਰ ਕੀ ਕਰਾਂਗੇ ਜੀ ਇਹਦੇ ਵਾਸਤੇ ਆਪਣਾ H ਹੈ H ਦੇ ਕੋਲ ਅਗਰ H ਦਾ ਐਟੋਮਿਕ ਨੰਬਰ ਦੀ ਗੱਲ ਕਰੀਏ ਹਾਈਡਰੋਜਨ ਦੇ ਐਟੋਮਿਕ ਨੰਬਰ ਦੀ ਗੱਲ ਕਰੀਏ ਐਟੋਮਿਕ ਨੰਬਰ ਕਿਉਂ ਸਹੀ ਕਿਹਦਾ ਹੁੰਦਾ ਜੀ 1 ਹੁੰਦਾ ਹੈ ਜਾਂ 1 ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ 1s1 ਹੁੰਦੀ ਹੈ। ਉਸ ਤੋਂ ਬਾਅਦ ਦੇਖੋ ਜੀ मीन जो सिर्फ एक ही इलेक्ट्रॉन होता है वो अपन कितना शो करेंगे
ये साडा S के विच एक मूव होंदा और इहदे विच एक इलेक्ट्रॉन जिहड़ा वा इदां करके क्लॉकवाइज होऊगा और हाफ फील्ड होऊगा और लिख लो जी 1s सिर्फ एक हाइड्रोजन वास्ते तां ए एटॉमिक ऑर्बिटल वास्ते। उस तो बाद सेकंड है उन्हें इधर लोड कर दो जिहड़ा तुहाडा जाई डी है जां ए वाला H है इधर लोड कर दो इहदे विच जिहड़ा इलेक्ट्रॉन है ਉਹਦੀ स्पिन ਜਿਹੜੀ ਐਂਟੀ ਸਟੋਰੇਬਲ ਹੋ ਇਹ ਜਿੱਥੇ ਕਲੌਕਵਾਈਜ਼ ਦੇ ਉੱਪਰ ਨੂੰ ਇੱਥੇ ਨੀਚੇ ਨੂੰ ਠੀਕ ਹੈ ਜੀ और भी ਤੁਹਾਡਾ 1s है। ਉਸ ਤੋਂ ਬਾਅਦ ਦੇਖੋ ਜੀ ਸਭ ਤੋਂ ਪਹਿਲਾਂ ਇਹਦੀ ਬੌਂਡਿੰਗ ਕਰਾਓ ਜਦੋਂ ਇਹਦੀ ਬੌਂਡਿੰਗ ਕਰਾਵਾਂਗੇ ਬੌਂਡਿੰਗ ਕਰਾਉਣ ਨਾਲ ਕੀ ਹੋਊਗਾ ਜੀ ਜਦੋਂ ਇਹਦੀ ਬੌਂਡਿੰਗ ਕਰਾਈ ਆਪਾਂ ਇਹਦਾ ਬਣਾ ਦਿੰਦੇ ਹਾਂ ਤਾਂ ਮੰਨ ਲਓ ਇੱਥੇ ਦੀ ਬੌਂਡਿੰਗ ਹੋ ਜਾਂਦੀ ਹੈ मान लो इतने अपनी बॉन्डिंग करा दी बॉन्डिंग करना भी होगा जी एक क्लॉकवाइज है ਤੁਹਾਡਾ और एक एंटी क्लॉकवाइज दोनों इलेक्ट्रॉन आ गए और एक बन गया ਤੁਹਾਡਾ सिग्मा 1s इस देते ਦਾ ਕੀ ਬਣ ਗਿਆ ਜੀ ਇਹ ਤੁਹਾਡਾ बॉन्डिंग ऑर्बिटल बन ਗਿਆ ਜਿਹਦੇ ਵਿੱਚ एटॉमिक ऑर्बिटल A और एटॉमिक ऑर्बिटल B ਦੇ ਵਿੱਚ ਜਾਂ ਦੋਨੋਂ ਹਾਈड्रोजन ਦੇ ਵਿੱਚ ਉਸ ਤੋਂ ਬਾਅਦ ਸੇਮ ਹੈ ਜੀ ਇਹਦੇ ਵਿੱਚ ਇੱਕ ਵਾਰੀ ਇਹਨੂੰ एंटी बॉन्डिंग भी बना ਲੈਂਦੇ ਹੁਣ एंटी बॉन्डिंग ਨੂੰ ਵਾਪਸ ਕਰਾਂਗੇ एक लाइन तक लिख लो एक इधर लिख लो और उसके बाद इधर इतना करके ऐसे मूव बना लो ठीक है जी और ये कोई भी ਤੁਹਾਡਾ इलेक्ट्रॉन नहीं जाऊगा ना ये जाऊगा ना ये जाऊगा क्यों नहीं जाऊगा मैं ਤੁਹਾਨੂੰ बताता हूं सिग्मा स्टार प्रणाली क्या जाऊगा जी 1s ठीक है जी नदी लेवल की गल कर लो मानो जी नदी लेवल लाइन करके ड्रा कर लो ये वाला पॉइंट ਜਿਹੜਾ ਤੁਹਾਡਾ ਇਹਨੂੰ ਵੀ ਜ਼ੀਰੋ ਆ ਜਾਣਾ और देखो जी इधर ताड़ी मैक्सिमम एनर्जी है पॉइंट देते और इधर ताड़ी मिनिमम एनर्जी पता भी दसिया है इधर ये अगर ताड़ी बॉन्डिंग ऑर्बिटल होवे ਉਹਦੇ ਵਿੱਚ एनर्जी ताड़ी की है जी मिनिमम होती है सो इधर मिनिमम एनर्जी है और उसके बाद देखो जी अगर ताड़ी एंटी बॉन्डिंग होवे एंटी बॉन्डिंग में एनर्जी मैक्सिमम होती है सो इधर ताड़ी एंटी बॉन्डिंग है इधर ताड़ी एनर्जी मैक्सिमम है दोनों ताड़ी वाले केस ਜਿਹੜੇ ਆ सॉल्व होते गए थे और उसके बाद देखो जी एक ऐसी और चीज है वो चीज भी आप सॉल्व कर लेंगे सो इसको घटाऊंगा इसके बनू और वो भी आप सॉल्व करके देख लेंगे ਉਹਦਾ ਕੀ ਚੱਕਰ ਹੈ ਜੀ ਇਹਦੇ ਵਿੱਚ ਉਹਨੂੰ ਘਟਾ ਦੇਣਾ ਇੱਥੇ और ਉਸ ਤੋਂ ਬਾਅਦ ਆ ਜੂਗਾ ਜੀ ਇਹਦੇ ਵਿੱਚ उस तो बाद देखो जो एस ऑर्बिटल है एस ऑर्बिटल की शेप कितना दी होती है इनू मैं के और एलैबोरेट करता हूं एस ऑर्बिटल की शेप कितना दी बाबा ये हाइड्रोजन आगे एस ऑर्बिटल लेना वा एस ऑर्बिटल की स्फेरिकल शेप होती है और देखो जी जो एस ऑर्बिटल है ਉਹਦਾ सेंटर ਦੇ ਵਿੱਚ ਕੀ ਹੋਊਗਾ ਨਿਊਕਲੀਅਸ ਹੋਊਗਾ ਨਿਊਕਲੀਅਸ ਤੇ ਕਿਹੜਾ ਚਾਰਜ ਕੋਈ ਪੋਜ਼ਿਟਿਵ ਚਾਰਜ ਹੋਊਗਾ और ਇਦਾਂ ਕਰਕੇ ਨੋਟ ਕਰ ਲੈਣਾ ਉਸ ਤੋਂ ਬਾਅਦ ਇੱਥੇ ਦੇਖੋ ਜੀ ਇਹਦੇ ਵਿੱਚ ਜਿਹੜਾ ਸਾਡਾ ਸੈਕੰਡ हाइड्रोजन है ਉਹਦਾ ਵੀ ਐਸ ऑर्बिटल है और ऐसा ऑर्बिटल का सेंटर में की हुई न्यूक्लियस होगा और नाल से पॉजिटिव चार्ज होगा और ये पॉजिटिव चार्ज केड़ा है तो ये देखिया ना सारे ने एस ऑर्बिटल दे ऑर्बिटल बनाने हैं ऑर्बिटल दे जितने भी ऑर्बिटल होंगे ਉਹਦੇ ਵਿੱਚ ਇੱਕ ਸਾਈਡ पॉजिटिव चार्ज है एक साइड नेगेटिव है ਜਿਹੜਾ स्फेरिकल ਦਾ ਜਿਹੜਾ ਸਾਡਾ एस ऑर्बिटल है ਉਹਦੇ ਵਿੱਚ पॉजिटिव चार्ज है ये इलेक्ट्रॉन वाला पॉजिटिव चार्ज नहीं है ਇਹ ਆਪਾਂ दूसरा पॉजिटिव चार्ज ਕਹਿ ਸਕਦੇ ਜਿਹੜਾ ਸਾਡੇ ऑर्बिटल ਦੇ ਵਿੱਚ ਵੈਸੇ ਹੀ प्रेजेंट ਹੁੰਦਾ ਹੈ ਉਸ ਤੋਂ ਬਾਅਦ ਦੇਖੋ ਜੀ ये साडा आ गया 1s1 ये साडा आ गया 1s1 मी एक बारी ये हाइड्रोजन का ले लिया और एक बारी ये वाले हाइड्रोजन का इसमें लोड करना है एक बारी ये वाले हाइड्रोजन का इसमें लोड करना है एक बारी ये वाले हाइड्रोजन का के ऑर्बिटल का ਜਿਹੜਾ लोड करना है ਉਸ ਤੋਂ ਬਾਅਦ ਦੇਖੋ ਜੀ ਇੱਕ ਵਾਰੀ ਇਹਦੇ ਵਿੱਚ ਕਰਾਉਣੀ ਹੈ ਇੱਕ ਵਾਰੀ ਇਧਰ ਬਣਾਉਣ ਲੱਗਾ ਜੀ ਇਹਦੀ ਪੋਜ਼ਿਟਿਵ एक बार इधर कर लागे ये पॉजिटिव बॉन्डिंग क्या है जो अपन कह सकते हैं एक बार इधर को प्लस करके लिखना क्या आप ऐसे बने देते अपन लेते हैं कोई का बॉन्डिंग ऑर्बिटल ना होगा और बॉन्डिंग ऑर्बिटल जो अपना मांगे तो पीपल होगा देखो जी ये दोनों प्लस दोनों स्फेरिकल शेप है मान लो ये ऐसे बन गया दूसरा भी जो ऊपर ही ओवरलैप कर लो और इतने दोनों का न्यूक्लियस जड़ा हुआ है न्यूक्लियस और इधर न्यूक्लियस को जगह दे रहा है और जेड़ा ये पॉजिटिव चार्ज है वो भी एक जगह दी है ये ऑर्बिटल का पॉजिटिव चार्ज है एक जगह दिया है सो ये साडी क्वांटिटी है इसको की लिखांगे सिग्मा 1s ठीक है जी ये ਤੁਹਾਡਾ ਬਣ ਗਿਆ ਇਹਨੂੰ ਬੋਲਾਂਗੇ ਬੌਂਡਿੰਗ ऑर्बिटल ਹੁਣ ਹੀ ਐਂਟੀ ਬੌਂਡਿੰਗ ਦੀ ਗੱਲ ਕਰ ਸਕਦੇ ਹਾਂ ਐਂਟੀ ਬੌਂਡਿੰਗ ਵਿੱਚ ਕੀ ਹੋਊਗਾ ਜੀ ਇਹਦਾ ਆਪਾਂ ਲਾਈਨ ਮਾਰਾਂਗੇ ਆਪਾਂ ਲਿਖ ਦਿੰਦੇ ਇੱਥੇ एंटी बॉन्डिंग ऑर्बिटल मैं शॉर्ट में लिख
ਤੁਸੀਂ ਕਾਪੀ ਤੇ ਪੂਰਾ ਲਿਖਣਾ ਮੈਂ ਲਿਖਣਾ ਬੌਂਡਿੰਗ ਆਰਬਿਟਲ ਸ਼ਾਰਟ ਔਰ ਐਂਟੀ ਬੌਂਡਿੰਗ ਆਰਬਿਟਲ ਨੂੰ ਸ਼ਾਰਟ ਚ ਲਿਖਦਾ ਸੋ ਇਹਦੇ ਵਿੱਚ ਦੇਖੋ ਜੀ ਕੀ ਹੋਊਗਾ ਇਹਨਾਂ ਦੇ ਵਿੱਚ ਕੀ ਆ ਜੀ ਕੋਈ ਵੀ ਚੀਜ਼ ਜਿਹੜੀ ਆ ਉਹ ਆਪਸ ਦੇ ਵਿੱਚ ਸੈੱਟ ਨਹੀਂ ਪੈਣੀ ਜਦੋਂ ਅਸੀਂ ਨੈਗੇਟਿਵ ਦੀ ਗੱਲ ਕਰਾਂਗੇ ਨੈਗੇਟਿਵ ਦੇ ਵਿੱਚ ਕੀ ਹੋਊਗਾ ਜੀ ਆਪਾਂ ਨੂੰ ਬਣਾ ਕੇ ਕਹਿੰਦੇ ਨੇ ਸੋ ਨੈਗੇਟਿਵ ਦੇ ਵਿੱਚ ਦੇਖੋ ਜੀ ਇੱਥੇ ਆਪਾਂ ਜਦੋਂ ਨੈਗੇਟਿਵ ਆਰਬਿਟਲ ਦੀ ਗੱਲ ਕਰਾਂਗੇ ਮੰਨ ਲਓ ਕਿ ਇੱਕ ਵਾਰੀ ਜਿਹੜਾ ਸਾਡਾ ਇਹ ਵਾਲਾ 1s ਹੈ ਇਹ ਇਦਾਂ ਕਰਕੇ ਬਣ ਗਿਆ ਠੀਕ ਹੈ ਜੀ ਔਰ ਇਹਦਾ ਸੈਂਟਰ ਦੇ ਵਿੱਚ ਨਿਊਕਲੀਅਸ ਆ ਗਿਆ ਔਰ ਨਾਲ ਇਹਦਾ ਇੱਥੇ ਚਾਰਜ ਜਿਹੜਾ ਨੈਗੇਟਿਵ ਆ ਗਿਆ ਉਸ ਤੋਂ ਬਾਅਦ ਜਦੋਂ ਸੈਂਟਰ ਦੇ ਵਿੱਚ ਨੋਡ ਹੈ ਜਿਹੜਾ ਨੋਡ ਆ ਗਿਆ ਉਹ ਬੋਲਾਂਗੇ ਨੋਡ ਇਹ ਜਦੋਂ ਇਹਦਾ ਬਣਾ ਕੇ ਇਹਨੂੰ ਨੋਡ ਔਰ ਨੋਡ ਕੀ ਹੈ ਕਿ ਸਪੈਸ਼ਲ ਵਾਲ ਹੈ ਨੋਡ ਕੀ ਹੈ ਇੱਕ ਸਪੈਸ਼ਲ ਵਾਲ ਹੈ ਜਿਹੜੀ ਦੋਨੋਂ ਆਰਬਿਟਲ ਨੂੰ ਸੈਪਰੇਟ ਕਰਦੀ ਹੈ ਦੋਨਾਂ ਦਾ ਲਿੰਕ ਆਪਸ ਦੇ ਵਿੱਚ ਡਿਸਕਨੈਕਟ ਕਰਦੀ ਹੈ ਦੋਨਾਂ ਦਾ ਲਿੰਕ ਜਿਹੜਾ ਉਹ ਡਿਸਕਨੈਕਟ ਕਰਦੀ ਹੈ ਔਰ ਜਿਹੜਾ ਦੂਸਰਾ 1s ਹੈ ਉਹ ਇਧਰ ਆ ਇਹਦਾ ਵੀ ਸੈਂਟਰ ਵਿੱਚ ਨਿਊਕਲੀਅਸ ਆ ਗਿਆ ਸੈਂਟਰ ਦੇ ਵਿੱਚ ਨਿਊਕਲੀਅਸ ਆ ਗਿਆ ਔਰ ਨਾਲ ਇਹਦਾ ਪੋਜ਼ਿਟਿਵ ਚਾਰਜ ਠੀਕ ਹੈ ਜੀ ਹੁਣ ਵੇਖੋ ਜਿਹੜੀ ਇਹ ਨੋਡ ਹੈ ਨੋਡ ਦੇ ਬਿਲਕੁਲ ਜਿਹੜਾ ਨੋਡ ਦੇ ਬਿਲਕੁਲ ਆਪਾਂ ਨੀਅਰ ਬਾਉਂਡ ਦੀ ਗੱਲ ਕਰੀਏ ਇੱਥੇ ਇਲੈਕਟ੍ਰੋਨ ਡੈਂਸਿਟੀ ਮਿਨੀਮਮ ਹੁੰਦੀ ਹੈ ਜਿਹੜਾ ਨੋਡ ਹੈ ਜਿਹੜਾ ਸਪੈਸ਼ਲ ਵਾਲ ਹੈ ਉਹਦੇ ਨੀਅਰ ਜਿਹੜੀ ਇਲੈਕਟ੍ਰੋਨ ਡੈਂਸਿਟੀ ਹੈ ਉਹ ਮਿਨੀਮਮ ਹੁੰਦੀ ਹੈ ਇਹ ਜਿਹਨੂੰ ਪੂਰਾ ਇਹਦਾ ਨੋਡ ਕਰ ਦਿਓ ਜਿਹੜੀ ਇਹ ਨੋਡ ਹੈ ਨੋਡ ਦੇ ਨੀਅਰ ਬਾਉਂਡ ਇਲੈਕਟ੍ਰੋਨ ਡੈਂਸਿਟੀ ਜਿਹੜੀ ਮਿਨੀਮਮ ਹੁੰਦੀ ਹੈ ਕਿਉਂ ਮਿਨੀਮਮ ਹੁੰਦੀ ਹੈ ਦੇਖੋ ਜਿਹਦੇ ਵਿੱਚ ਇੱਕ ਸਾਈਡ ਪੋਜ਼ਿਟਿਵ ਚਾਰਜ ਆ ਗਿਆ ਇੱਕ ਸਾਈਡ ਨੈਗੇਟਿਵ ਚਾਰਜ ਆ ਗਿਆ ਕਿਉਂਕਿ ਕੀ ਕਰਦੇ ਪਏ ਇਹਦੇ ਵਿੱਚ ਤੁਹਾਨੂੰ ਸਿੰਪਲ ਜੀ ਗੱਲ ਪਤਾ ਵਾ ਕਿ ਇੱਕ ਵਾਰੀ ਅਸੀਂ ਇਹਨੂੰ ਪਲੱਸ ਕਰਦੇ ਪਏ ਇੱਕ ਵਾਰੀ ਇਹਨੂੰ ਪਲੱਸ ਕਰਦੇ ਪਏ ਮੈਂ ਜਿਹੜੀ ਕਿਹਾ ਇੱਕ ਵਾਰੀ ਇਹਨੂੰ ਪਲੱਸ ਕਰਦੇ ਪਏ ਇੱਥੇ ਇਹਨੂੰ ਕੀ ਕਰਦੇ ਪਏ ਮਾਈਨਸ ਕਰਦੇ ਪਏ ਠੀਕ ਹੈ ਜੀ ਸੋ ਇੱਥੇ ਇਹਨੂੰ ਮਾਈਨਸ ਕਰਦੇ ਪਏ ਇੱਥੇ ਪਲੱਸ ਕਰਦੇ ਪਏ ਠੀਕ ਹੈ ਜੀ ਪਲੱਸ ਕਰਾਂਗੇ ਉਦੋਂ ਇਹਦੇ ਵਿੱਚ ਬੌਂਡਿੰਗ ਹੋ ਜਾਂਦੀ ਹੈ ਦੋਨੋਂ ਦੇ ਵਿੱਚ ਬੌਂਡਿੰਗ ਹੋ ਜਾਂਦੀ ਹੈ ਫਿਰ ਕਹਿੰਦੇ ਨੇ ਬੌਂਡਿੰਗ ਆਰਬਿਟਲ ਬਣ ਜਾਂਦੀ ਹੈ ਪਰ ਜਦੋਂ ਅਸੀਂ ਮਾਈਨਸ ਕਰਾਂਗੇ ਦੋਨਾਂ ਦੇ ਵਿੱਚ ਬੌਂਡਿੰਗ ਨਹੀਂ ਹੁੰਦੀ ਔਰ ਉਹਦੇ ਵਿੱਚ ਐਕਸਪ੍ਰੈਸ਼ਨ ਵਾਲ ਆ ਜਾਂਦੀ ਹੈ ਜਿਹਨੂੰ ਅਸੀਂ ਲੋਡ ਬੋਲਦੇ ਨੇ ਔਰ ਜਿਹੜੀ ਲੋਡ ਹੈ ਉਹ ਨੀਅਰ ਬਾਉਂਡ ਇਲੈਕਟ੍ਰੋਨ ਡੈਂਸਿਟੀ ਬਹੁਤ ਘੱਟ ਹੁੰਦੀ ਹੈ ਮੀਨਸ ਦੇ ਲਾਗੇ ਬੰਨੇ ਇਲੈਕਟ੍ਰੋਨ ਬਹੁਤ ਘੱਟ ਹੁੰਦੇ ਸਿਰਫ ਕੀ ਹੁੰਦੇ ਆ ਨਿਊਕਲੀਅਸ ਹੁੰਦੇ ਔਰ ਨਿਊਕਲੀਅਸ ਦੇ ਕਿਹੜਾ ਚਾਰਜ ਹੁੰਦਾ ਇਧਰ ਵੀ ਪੋਜ਼ਿਟਿਵ ਇਧਰ ਵੀ ਪੋਜ਼ਿਟਿਵ ਔਰ ਪੋਜ਼ਿਟਿਵ ਕੀ ਕਰਾਂਗੇ ਰਿਪੈਲ ਕਰਾਂਗੇ ਔਰ ਜਦੋਂ ਰਿਪੈਲ ਕਰਾਂਗੇ ਇਹਦੇ ਵਿੱਚ ਜਿਹੜੀ એનર્ਜੀ ਆ ਮੈਕਸਿਮਮ ਹੁੰਦੀ ਹੈ એનર્ਜੀ ਲੈਵਲ ਜਿਹੜਾ ਮੈਕਸਿਮਮ ਹੁੰਦਾ ਸੋ ਇੱਥੇ ਡਾਇਗਰਾਮ ਵਿੱਚ ਲਿਖਿਆ ਹੋਇਆ ਹੈ ਜਿਹੜਾ એનર્ਜੀ ਲੈਵਲ ਹੈ ਉਹ ਜਿਹੜਾ ਨੈਗੇਟਿਵ ਸਾਈਡ ਹੈ ਜਾਂ ਐਂਟੀ ਬੌਂਡਿੰਗ ਸਾਈਡ ਹੈ ਮੈਕਸਿਮਮ ਹੁੰਦਾ ਪਰ ਬੌਂਡਿੰਗ ਸਾਈਡ ਜਿਹੜਾ એનર્ਜੀ ਲੈਵਲ ਮਿਨੀਮਮ ਹੁੰਦਾ ਠੀਕ ਹੈ ਇੱਥੇ ਟੈਂਸ਼ਨ ਹੁੰਦੀ ਹੈ ਇੱਥੇ ਟੈਂਸ਼ਨ ਹੁੰਦੀ ਹੈ ਇਸ ਕਰਕੇ એનર્ਜੀ ਲੈਵਲ ਮਿਨੀਮਮ ਹੁੰਦਾ ਇੱਥੇ ਰਿਪਲਸ਼ਨ ਹੁੰਦੀ ਹੈ ਇਸ ਕਰਕੇ ਰਿਪਲਸ਼ਨ ਹੋਣ ਦੇ ਨਾਲ ਜਿਹੜੀ ਮੈਕਸਿਮਮ એનર્ਜੀ ਹੁੰਦੀ ਹੈ ਅਗਰ ਅਟਰੈਕਟ ਉਹਦੇ ਚੀਜ਼ ਨੇੜੇ ਜਾਂਦੀ ਹੈ ਮੀਨਸ